ਆਪਾਂ ਜੋਤੀ ਵਿਰਦੀ ਤੇ ਕਿਉਂ ਆਪਾਂ ਪੈਰਾਮਾਉਂਟ ਈ ਸਰਵਿਸਿਜ਼ ਤੇ ਵਿਸ਼ਵਾਸ ਕਰੀਏ। ਮਤਲਬ ਇਹ ਮੈਨੂੰ ਲੱਗਦਾ ਹੈ ਕਿ ਇਹ ਮੈਂ ਨਹੀਂ ਪੁੱਛ ਰਹੀ, ਇਹ ਹਰ ਕੋਈ ਉਹ ਪੁੱਛ ਰਿਹਾ, ਹਰ ਕੋਈ ਬੱਚਾ ਪੁੱਛ ਰਿਹਾ, ਹਰ ਕੋਈ ਮਾਪੇ ਪੁੱਛ ਰਹੇ ਨੇ ਜਿਹੜੇ ਕੈਨੇਡਾ ਜਾਣਾ ਚਾਹੁੰਦੇ। ਆਨਲਾਈਨ ਜੇ ਆਪਾਂ ਇਹ ਵੀ ਚੀਜ਼ ਚੈੱਕ ਕਰਨੀ ਹੋਵੇ ਕਿਹੜਾ ਜੈਨੂਇਨ ਹੈ ਕਿਹੜਾ ਫਰਾਡ ਹੈ, ਮੇਰੇ ਨਾਮ ਦੇ ਅੱਗੇ ਕਦੀ ਫਰਾਡ ਲਿਖ ਕੇ ਦੇਖਿਓ, ਤੁਹਾਨੂੰ ਇੱਕ ਵੀ ਰਿਕਾਰਡ ਨਹੀਂ ਮਿਲੇਗਾ ਇਨ ਦੀ ਗੂਗਲ ਦੈਟ ਆਈ ਐਮ ਵੈਰੀ ਸ਼ੋਰ ਅਬਾਊਟ ਦੈਟ। ਸੱਚੋ ਸੱਚ ਦੱਸਣਾ, ਇਸ ਇੰਡਸਟਰੀ ਦੇ ਵਿੱਚ ਬੱਚਿਆਂ ਨਾਲ ਕਿੰਨਾ ਕੁ ਗਲਤ ਹੋ ਰਿਹਾ? 80% ਮੈਡਮ ਰੋਂਗ ਹੋ ਰਿਹਾ ਹੈ। 7 ਬੈਂਡ ਵਾਲੇ ਰਿਫਿਊਜ਼ਲਸ ਲੈ ਕੇ ਬੈਠੇ ਆ। ਲਾਸਟ ਟਾਈਮ ਸਾਡੇ ਕੋਲ ਕੇਸ ਆਇਆ। ਬਹੁਤ ਸਾਰੇ ਲੋਕ ਇਦਾਂ ਦੇ ਹੁੰਦੇ ਆ ਕਿ ਪਹਿਲਾਂ ਫੀਸ ਤੇ ਲੈ ਲਈ, ਬਾਅਦ ਚ ਫੋਨ ਚੱਕਣੇ ਬੰਦ ਕਰਦੇ। ਬਿਲਕੁਲ ਆਈ ਐਗਰੀ ਵਿਦ ਯੂ ਬਿਕਾਜ਼ 90% ਸਾਡੇ ਕੋਲ ਵੀ ਇਹੀ ਪ੍ਰੋਬਲਮਸ ਆਉਂਦੀਆਂ ਨੇ ਸਾਹਮਣੇ। ਜਦੋਂ ਕਲਾਇੰਟ ਆਉਂਦਾ ਜ਼ਰੂਰੀ ਨਹੀਂ ਉਹ ਕਲਾਇੰਟ ਨੇ ਪਹਿਲੀ ਵਾਰੀ ਹੀ ਅਪਲਾਈ ਕਰਨਾ, ਉਹ ਪਹਿਲੇ ਤੋਂ ਰਿਫਿਊਜ਼ ਹੁੰਦਾ 3-4 ਵਾਰੀ, ਉਹਨੂੰ ਬਹੁਤ ਜ਼ਿਆਦਾ ਹਰਾਸਮੈਂਟ ਹੋਈ ਹੁੰਦੀ, ਉਹ ਮੇਰੇ ਸਾਹਮਣੇ ਬੈਠ ਕੇ ਕਹਿੰਦਾ ਨਹੀਂ ਮੈਂ ਤਾਂ 1 ਰੁਪਈਆ ਵੀ ਪਹਿਲਾਂ ਨਹੀਂ ਦੇਣਾ। ਬਟ दिस इज टोटली एग्री क्योंकि अगर वो चीज मेरे नाल या तुहाडे नाल भी हुई होवे असीं भी ਉਹੀ चीज करांगे। तो इस जगह ਦੇ ਵਿੱਚ मैं ਇੱਕੋ ਚੀਜ਼ ਕਹਿਣਾ ਚਾਹੂੰਗੀ कि ਅੱਜ ਦੇ ਟਾਈਮ ਦੇ ਵਿੱਚ ਐਜੂਕੇਟਿਡ ਹੋਣਾ ਬਹੁਤ ਜ਼ਰੂਰੀ ਆ ਕਿ ਕਿਹੜਾ ਅਪਲਾਈ ਕਰਵਾ ਰਿਹਾ ਹੈ ਵਿਦ ਟਰਮਸ ਐਂਡ ਕੰਡੀਸ਼ਨਸ ਦੇ ਨਾਲ, ਕਿਹੜਾ ਸਿਰਫ ਆਪਣੇ ਵੱਲੋਂ ਫੜ ਮਾਰ ਰਿਹਾ। ਅੱਜ ਕੱਲ ਬਿਨਾਂ ਆਇਲਸ ਵਾਲਾ ਵੀ ਕੋਈ ਚੱਕਰ ਪਿਆ ਹੋਇਆ ਹੈਗਾ ਕੋਈ ਇਦਾਂ ਦਾ? नो मैम बिल्कुल भी नहीं। ਪੈਸਿਆਂ ਵਾਲੇ ਅਮੀਰ ਰਈਸ ਪਰਿਵਾਰ ਨਾਲ ਤਾਲੁਕ ਨਹੀਂ ਵੀ ਰੱਖਦਾ, ਉਹ ਵੀ ਆਪਣਾ ਸੁਪਨਾ ਪੂਰਾ ਕਰ। ਡੈਫੀਨਿਟਲੀ ਪੈਰਾਮਾਉਂਟ ਈ ਸਰਵਿਸਿਜ਼ ਕੋ ਜਿਹੇ ਕਾਲਜ ਵੀ ਆ ਜਿਨ੍ਹਾਂ ਦੀ ਜਿਹੜੀ ਇੱਕ ਟਿਊਸ਼ਨ ਫੀਸ ਹੈ ਸਾਲ ਦੀ ਈਅਰਲੀ ਉਹ 3 ਲੱਖ ਵੀ ਹੈਗੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪੁਨੀਤ, ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਇਦਾਂ ਫਲਾਈਟ ਫੜ ਜਾਣਾ ਤੇ ਫਿਰ ਚਲੇ ਜਾਣਾ, ਉੱਥੇ ਜਾ ਕੇ ਸੋਹਣੀ ਜੀ ਜ਼ਿੰਦਗੀ ਜੀਣਾ, ਗੱਲ ਵਿਦੇਸ਼ ਦੀ ਹੋ ਰਹੀ ਹੈ, ਕੈਨੇਡਾ ਦੀ ਹੋ ਰਹੀ ਹੈ, ਇਹ ਕਿੰਨਾ ਸੌਖਾ ਲੱਗਦਾ ਤੁਹਾਨੂੰ? ਬਹੁਤ ਸਾਰੇ ਲੋਕ ਜਿਹੜੇ ਨੇ ਉਹ ਰੋਂਦੇ ਨੇ ਬਈ ਸਾਨੂੰ ਲੁੱਟ ਲਿਆ ਗਿਆ, ਅਸੀਂ ਪਹੁੰਚੇ ਨਹੀਂ। ਕਰੋਨਾ ਕਰਕੇ ਕਈ ਲੋਕ ਰੋਂਦੇ ਨੇ ਵੀ ਕਿੰਨਾ ਇੰਤਜ਼ਾਰ ਕਰਨਾ ਪਏਗਾ। ਪਰ ਹੁਣ ਆਫਟਰ ਕੋਵਿਡ ਟਾਈਮਸ ਸਾਡੇ ਕੋਲ ਕੀ ਕੁਝ ਬਚਿਆ ਹੈਗਾ? ਆਪਣੇ ਬੱਚੇ ਨੂੰ ਬਾਹਰ ਭੇਜਣਾ, ਦਿਲ ਦੇ ਟੁਕੜੇ ਨੂੰ ਬਾਹਰ ਭੇਜਣਾ, ਤੇ ਜਦੋਂ ਦਿਲ ਦੇ ਟੁਕੜੇ ਨੂੰ ਬਾਹਰ ਭੇਜਣਾ ਹੋਏ ਜਾਂ ਫਿਰ ਆਪਣੀ ਬੱਚੀ ਨੂੰ ਬਾਹਰ ਭੇਜਣਾ ਹੋਏ ਤਾਂ ਇਦਾਂ ਲੱਗਦਾ ਹੈਗਾ ਕਿ ਸਭ ਕੁਝ ਬਿਲਕੁਲ ਸੇਫ ਐਂਡ ਸਾਊਂਡ ਹੋਣਾ ਚਾਹੀਦਾ ਤੇ ਸਭ ਕੁਝ ਹੋਣਾ ਚਾਹੀਦਾ 1 ਨੰਬਰੀ, ਯਾਨੀ 2 ਨੰਬਰ ਦਾ ਕੋਈ ਕੰਮ ਨਾ ਹੋਵੇ। ਕਿਸ ਤੇ ਭਰੋਸਾ ਕਰੀਏ, ਕਿਸ ਤੇ ਨਾ ਕਰੀਏ। ਬਾਕੀ ਅਸੀਂ ਹਾਂ ਤੇ ਤੁਹਾਡੀ ਹਮੇਸ਼ਾ ਮਦਦ ਵੀ ਕਰਾਂਗੇ ਤੇ ਇਸ ਗੱਲ ਦੀ ਤਸਦੀਕ ਵੀ ਕਰਾਂਗੇ ਕਿ ਕਿਹੜੇ ਲੋਕ ਸਹੀ ਨੇ ਤੇ ਕਿਹੜੇ ਲੋਕ ਗਲਤ। ਤੇ ਅੱਜ ਕੁਝ ਸਹੀ ਲੋਕਾਂ ਨਾਲ ਤੁਹਾਨੂੰ ਮਿਲਾਵਾਂਗੇ ਜ਼ਰੂਰ, ਜਿਨ੍ਹਾਂ ਨੇ ਬਥੇਰਿਆਂ ਦੇ ਸੁਪਨੇ ਪੂਰੇ ਕੀਤੇ ਨੇ ਕੈਨੇਡਾ ਜਾਣ ਵਾਲੇ, ਤੇ ਬਾਕੀ ਅੱਗੇ ਵੀ ਇਹ ਸਿਲਸਿਲਾ ਜਿਹੜਾ ਹੈ ਜਾਰੀ ਹੈ। ਮੇਰੇ ਨਾਲ ਪੈਰਾਮਾਉਂਟ ਈ ਸਰਵਿਸਿਜ਼ ਤੋਂ ਜੋਤੀ ਵਿਰਦੀ ਮੌਜੂਦ ਨੇ। ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੋਤੀ। ਸਭ ਤੋਂ ਪਹਿਲਾ ਸਵਾਲ, ਮੈਂ ਪੱਤਰਕਾਰ ਹਾਂ, ਹੈ ਨਾ, ਮਤਲਬ ਪੱਤਰਕਾਰੀ ਚੋਂ, ਤੇ ਸਭ ਤੋਂ ਪਹਿਲਾਂ ਜਿਹੜਾ ਕੋਈ ਗਲਤ ਕਰਦਾ ਹੈਗਾ ਸਾਨੂੰ ਬਰਦਾਸ਼ਤ ਨਹੀਂ ਹੁੰਦੀ ਸਾਡੇ ਤੋਂ ਇਹ ਗੱਲ ਨਾ, ਬਿਲਕੁਲ। ਅਸੀਂ ਜਿੱਥੇ ਕੁਝ ਗਲਤ ਹੁੰਦਾ ਹੋਵੇ ਸਭ ਤੋਂ ਪਹਿਲਾਂ ਅਸੀਂ ਮਾਈਕ ਲੈ ਕੇ ਪਹੁੰਚ ਜਾਈਦਾ ਹੈਗਾ। ਤੇ ਕਿਉਂ ਆਪਾਂ ਜੋਤੀ ਵਿਰਦੀ ਤੇ, ਕਿਉਂ ਆਪਾਂ ਪੈਰਾਮਾਉਂਟ ਈ ਸਰਵਿਸਿਜ਼ ਤੇ ਵਿਸ਼ਵਾਸ ਕਰੀਏ? ਮਤਲਬ ਇਹ ਮੈਨੂੰ ਲੱਗਦਾ ਹੈ ਕਿ ਇਹ ਮੈਂ ਨਹੀਂ ਪੁੱਛ ਰਹੀ, ਇਹ ਹਰ ਕੋਈ ਉਹ ਪੁੱਛ ਰਿਹਾ, ਹਰ ਕੋਈ ਬੱਚਾ ਪੁੱਛ ਰਿਹਾ, ਹਰ ਕੋਈ ਮਾਪੇ ਪੁੱਛ ਰਹੇ ਨੇ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਨੇ। ਬਿਲਕੁਲ ਮੈਮ, ਕਿਉਂਕਿ ਪੈਰਾਮਾਉਂਟ ਈ ਸਰਵਿਸਿਜ਼ ਇਹ ਅੱਜ ਹੀ ਨਹੀਂ, ਇਹ ਥੋੜੇ ਸਾਲ ਪਹਿਲਾਂ ਦਾ ਨਾਮ ਹੈ। ਐਂਡ ਸਭ ਤੋਂ ਮੇਨ ਪੁਆਇੰਟ, ਅੱਜ YouTube ਹੈ, ਗੂਗਲ ਹੈ, ਸਭ ਕੁਝ ਹੈ, ਆਨਲਾਈਨ ਹੈ। ਅੱਜ ਕੱਲ ਕੁਝ ਵੀ ਆਫਲਾਈਨ ਨਹੀਂ ਰਹਿ ਗਿਆ, ਆਨਲਾਈਨ ਦਾ ਜ਼ਮਾਨਾ ਹੈ। ਕੋਵਿਡ ਨੇ ਸਾਨੂੰ ਹੋਰ ਵੀ ਜ਼ਿਆਦਾ ਅਪਡੇਟ ਕਰ ਦਿੱਤਾ ਹੋਇਆ। ਸੋ ਆਨਲਾਈਨ ਜੇ ਆਪਾਂ ਇਹ ਵੀ ਚੀਜ਼ ਚੈੱਕ ਕਰਨੀ ਹੋਵੇ ਕਿਹੜਾ ਜੈਨੂਇਨ ਹੈ ਕਿਹੜਾ ਫਰਾਡ ਹੈ, ਮੇਰੇ ਨਾਮ ਦੇ ਅੱਗੇ ਕਦੀ ਫਰਾਡ ਲਿਖ ਕੇ ਦੇਖਿਓ, ਤੁਹਾਨੂੰ ਇੱਕ ਵੀ ਰਿਕਾਰਡ ਨਹੀਂ ਮਿਲੇਗਾ ਇਨ ਦੀ ਗੂਗਲ ਦੈਟ ਆਈ ਐਮ ਵੈਰੀ ਸ਼ੋਰ ਅਬਾਊਟ ਦੈਟ। ਨਹੀਂ, ਲੇਕਿਨ ਅੱਜ ਕੱਲ ਤੇ ਰੇਟਿੰਗਸ ਵਾਲਾ ਵੀ ਚੱਕਰ ਹੁੰਦਾ ਨਾ, ਸਟੂਡੈਂਟਸ ਰੇਟਿੰਗਸ ਦਿੰਦੇ ਆ। ਜਦੋਂ ਅਸੀਂ ਵੀ ਇੱਕ ਸਟੂਡੈਂਟ ਨਾਲ ਜ਼ਰੂਰ ਮਿਲਾਵਾਂਗੇ ਉਹਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ, ਕਿਉਂਕਿ ਇਹ ਐਕਸਪੀਰੀਅੰਸਸ ਦੱਸਣੇ ਜਿਹੜੇ ਨੇ ਬਹੁਤ ਜ਼ਿਆਦਾ ਜ਼ਰੂਰੀ ਆ, ਬਹੁਤ ਜ਼ਰੂਰੀ ਹੈ ਨਾ, ਕਿਉਂਕਿ ਉਹਨਾਂ ਦਾ ਸਕਸੈਸ ਰੇਟ ਕੀ ਰਿਹਾ, ਉਹ ਕਿੰਨੇ ਖੁਸ਼ ਨੇ। ਬਹੁਤ ਸਾਰੇ ਲੋਕ ਇਦਾਂ ਦੇ ਹੁੰਦੇ ਆ ਕਿ ਪਹਿਲਾਂ ਫੀਸ ਤੇ ਲੈ ਲਈ, ਬਾਅਦ ਚ ਫੋਨ ਚੱਕਣੇ ਬੰਦ ਕਰਦੇ। ਬਿਲਕੁਲ ਆਈ ਐਗਰੀ ਵਿਦ ਯੂ ਬਿਕਾਜ਼ 90% ਸਾਡੇ ਕੋਲ ਵੀ ਇਹੀ ਪ੍ਰੋਬਲਮਸ ਆਉਂਦੀਆਂ ਨੇ ਸਾਹਮਣੇ। ਜਦੋਂ ਕਲਾਇੰਟ ਆਉਂਦਾ ਜ਼ਰੂਰੀ ਨਹੀਂ ਉਹ ਕਲਾਇੰਟ ਨੇ ਪਹਿਲੀ ਵਾਰੀ ਹੀ ਅਪਲਾਈ ਕਰਨਾ, ਉਹ ਪਹਿਲੇ ਤੋਂ ਰਿਫਿਊਜ਼ਡ ਹੁੰਦਾ 3-4 ਵਾਰੀ, ਉਹਨੂੰ ਬਹੁਤ ਜ਼ਿਆਦਾ ਹਰਾਸਮੈਂਟ ਹੋਈ ਹੁੰਦੀ, ਉਹ ਮੇਰੇ ਸਾਹਮਣੇ ਬੈਠ ਕੇ ਕਹਿੰਦਾ ਨਹੀਂ ਮੈਂ ਤਾਂ 1 ਰੁਪਈਆ ਵੀ ਪਹਿਲਾਂ ਨਹੀਂ ਦੇਣਾ। ਬਟ ਦਿਸ ਇਜ਼ ਟੋਟਲੀ ਐਗਰੀ ਕਿਉਂਕਿ ਅਗਰ ਉਹ ਚੀਜ਼ ਮੇਰੇ ਨਾਲ ਜਾਂ ਤੁਹਾਡੇ ਨਾਲ ਵੀ ਹੋਈ ਹੋਵੇ ਅਸੀਂ ਵੀ ਉਹੀ ਚੀਜ਼ ਕਰਾਂਗੇ। ਤੋ ਇਸ ਜਗ੍ਹਾ ਦੇ ਵਿੱਚ ਮੈਂ ਇੱਕੋ ਚੀਜ਼ ਕਹਿਣਾ ਚਾਹੂੰਗੀ ਕਿ ਅੱਜ ਦੇ ਟਾਈਮ ਦੇ ਵਿੱਚ ਐਜੂਕੇਟਿਡ ਹੋਣਾ ਬਹੁਤ ਜ਼ਰੂਰੀ ਆ ਕਿ ਕਿਹੜਾ ਅਪਲਾਈ ਕਰਵਾ ਰਿਹਾ ਹੈ ਵਿਦ ਟਰਮਸ ਐਂਡ ਕੰਡੀਸ਼ਨਸ ਦੇ ਨਾਲ, ਕਿਹੜਾ ਸਿਰਫ ਆਪਣੇ ਵੱਲੋਂ ਫੜ ਮਾਰ ਰਿਹਾ। ਹੁਣ ਅੱਜ ਬਹੁਤ ਵੱਡੀ ਇੱਕ ਫੜ ਹੈ, ਪੈਸੇ ਤੁਹਾਡੇ ਤੇ ਏਜੰਟ ਲਾਏਗਾ। ਡੂ ਯੂ ਬਿਲੀਵ? ਅੱਜ ਆਪਣਾ ਇੱਕ ਸਗਾ ਰਿਸ਼ਤੇਦਾਰ ਹੈ, ਤੁਸੀਂ ਉਹ ਤੋਂ 10,000 ਰੁਪਏ ਉਧਾਰਾ ਮੰਗ ਲਓ, ਤੁਹਾਨੂੰ ਦੇ ਦੇਗਾ। ਦੇ ਵਿਲ ਆਸਕ ਵਾਪਸ ਕਦੋਂ ਦੇਣੇ ਆ। ਸੋ ਇੱਕ ਕੰਸਲਟੈਂਟ 15 ਤੋਂ 20 ਲੱਖ ਰੁਪਏ ਕਿਵੇਂ ਇਨਵੈਸਟ ਕਰਦਾ? ਸੋ ਗੱਲਾਂ ਜਿੰਨੀਆਂ ਮਰਜ਼ੀ ਕਰ ਲਓ, ਬਟ ਪੈਰਾਮਾਉਂਟ ਈ ਸਰਵਿਸਿਜ਼ ਇਜ਼ ਪ੍ਰੈਕਟੀਕਲ। ਪ੍ਰੈਕਟੀਕਲੀ ਚਲੋ, ਹਾਂ, ਐਮਬੈਸੀ ਦੀ ਸਾਈਡ ਤੇ ਨਹੀਂ ਲਿਖਿਆ ਕਿ
ਜਿਹੜਾ ਕੰਸਲਟੈਂਟ ਹੈ, ਜਿਹੜਾ ਤੁਹਾਡਾ ਐਡਵਾਈਜ਼ਰ ਹੈ, ਉਹ ਤੁਹਾਡੇ ਤੇ ਪੈਸੇ ਲਗਾਏਗਾ, ਨਾਟ ਇਵਨ ਆਲ। ਉਹਦੀ ਐਮਬੈਸੀ ਦੀ ਫੀਸ ਵੀ ਜਿਹੜੀ ਹੈ ਸਟੂਡੈਂਟ ਵੱਲੋਂ ਐਪਲੀਕੇਬਲ ਫਿਲ ਹੁੰਦੀ ਹੈ। ਮਤਲਬ ਤੁਸੀਂ ਜੋ ਰਕਮ ਲੈ ਰਹੇ ਹੋ ਕਹਿ ਕੇ ਲੈਂਦੇ ਹੋ ਵੀ ਆਪਾਂ ਇਹ ਲੈਣਾ ਤੇ ਇਹ ਰਕਮ ਸਾਨੂੰ ਚਾਹੀਦੀ ਆ ਤੇ ਇਸ ਅਮਾਉਂਟ ਦੇ ਵਿੱਚ ਬੱਚਾ ਬਾਹਰ ਜਾ ਸਕਦਾ। ਬਿਲਕੁਲ ਮੈਮ, ਬਿਲਕੁਲ। ਤੇ ਠੀਕ ਆ ਜੀ, ਇਸ ਤੋਂ ਮੈਨੂੰ ਲੱਗਦਾ ਹੈ ਕਿ ਇਸ ਤੋਂ ਜ਼ਿਆਦਾ ਟਰਾਂਸਪੇਰੈਂਸੀ ਜਿਹੜੀ ਹੈ ਉਹ ਹੋਰ ਕੀ ਹੋ ਸਕਦੀ ਹੈ। ਤੇ ਇਸ ਤੋਂ ਪਹਿਲਾਂ ਗੱਲ ਕਹਿ ਦੇਣੀ ਬਹੁਤ ਵਧੀਆ ਗੱਲ ਹੁੰਦੀ ਹੈਗੀ ਹੈ। ਬਾਅਦ ਚ ਤੁਸੀਂ ਧੱਕੇ ਖਾਂਦੇ ਰਹੋਗੇ, ਬਾਅਦ ਚ ਤੁਹਾਨੂੰ ਇਹ ਪਤਾ ਲੱਗੂਗਾ ਕਿ ਇਹ ਹੋ ਕੀ ਗਿਆ। ਮਤਲਬ ਅਸੀਂ ਤੇ ਆਪਣੇ ਬੱਚੇ ਨੂੰ ਇੱਕ ਵਧੀਆ ਭਵਿੱਖ ਦੇਣ ਲਈ ਭੇਜਿਆ ਸੀ, ਇਹ ਬੱਚੇ ਦਾ ਭਵਿੱਖ ਕੀ, ਬੱਚੇ ਦਾ ਅੱਜ ਵੀ ਖਰਾਬ ਹੋ ਗਿਆ ਤੇ ਹੁਣ ਅੱਗੇ ਵੀ ਕੁਝ ਨਹੀਂ ਕਰ ਸਕਦਾ ਹੈਗਾ। ਸੋ ਅਜਿਹੇ ਵਿੱਚ ਹੁਣ ਆਉਂਦੇ ਹਾਂ ਉਹਨਾਂ ਸਵਾਲਾਂ ਦੇ ਉੱਤੇ ਜਿਨ੍ਹਾਂ ਨੂੰ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਆਇਲਸ, ਅੰਗਰੇਜ਼ੀ ਬਹੁਤ ਸਾਰੇ ਪੰਜਾਬੀ ਬੱਚਿਆਂ ਵਾਸਤੇ, ਹਰਿਆਣਵੀ ਬੱਚਿਆਂ ਵਾਸਤੇ ਖਾਸ ਕਰਕੇ ਔਖੀ ਲੱਗਦੀ ਆ ਉਹਨਾਂ ਨੂੰ, ਹੈ ਨਾ। ਮਤਲਬ ਆਇਲਸ ਉਹਨਾਂ ਵਾਸਤੇ ਹਊਆ ਹੈ। ਉਹ ਉਹਨਾਂ ਨੂੰ ਲੱਗਦਾ ਹੈਗਾ ਕਿ ਜੇ ਆਇਲਸ ਨਾ ਹੁੰਦੀ ਨਾ ਤੇ ਆਪਾਂ ਸਿੱਧਾ ਕੈਨੇਡਾ ਪਹੁੰਚ ਜਾਂਦੇ। ਵੀ ਉਹਨਾਂ ਦੀ ਥਿੰਕਿੰਗ ਜਿਹੜੀ ਹੈ ਇਹ ਕਹਿੰਦੀ ਹੈਗੀ ਆ। ਅੱਜ ਕੱਲ੍ਹ ਬਿਨਾਂ ਆਇਲਸ ਵਾਲਾ ਵੀ ਕੋਈ ਚੱਕਰ ਪਿਆ ਹੋਇਆ ਹੈਗਾ ਕੋਈ ਇਦਾਂ ਦਾ? ਨੋ ਮੈਮ, ਬਿਲਕੁਲ ਵੀ ਨਹੀਂ। ਹੁਣ ਤਾਂ ਅਗਰ ਆਪਾਂ CIC ਦੀ ਇੱਕ ਕੈਟਾਗਰੀ ਹੈ SDS, ਜੋ ਸਾਨੂੰ ਮਿਲ ਚੁੱਕੀ ਹੈ 2017-18 ਤੋਂ, ਉਹਦਾ ਇੱਕ ਐਲੀਜੀਬਿਲਿਟੀ ਕ੍ਰਾਈਟੇਰੀਆ ਸੈੱਟ ਹੋ ਗਿਆ ਕਿ ਜਿਹੜੇ ਬੱਚੇ ਦੇ ਓਵਰਆਲ 6 ਤੇ ਈਚ 6 ਸਕੋਰ ਨਹੀਂ ਹੈਗਾ, ਉਹ ਕੈਨੇਡਾ ਸਟੂਡੈਂਟ ਵੀਜ਼ਾ ਦੇ ਲਈ ਐਲੀਜੀਬਲ ਨਹੀਂ ਹੈ ਅਕੋਰਡਿੰਗ ਟੂ ਹਾਈ ਕਮਿਸ਼ਨ CIC ਦੇ ਅਕੋਰਡਿੰਗ। ਹਾਂ, ਉਹ ਐਲੀਜੀਬਲ ਹੀ ਨਹੀਂ ਹੈ। ਤਾਂ ਆਪਾਂ ਇਸ ਚੀਜ਼ ਨੂੰ ਨਹੀਂ ਕਰ ਸਕਦੇ। ਅਗਰ ਤੁਹਾਡੇ ਆਇਲਸ ਨਹੀਂ ਹੈ ਫਿਰ ਤੁਹਾਡੇ ਨਾਲ ਫਰਾਡ ਹੋਏਗਾ। ਨਹੀਂ, ਇਹ ਤਾਂ ਮੈਂ ਵੀ ਸੁਣਿਆ ਵੀ ਹੈ ਤੇ ਮੈਂ ਕਈ ਪਤਾ ਨਹੀਂ ਕਿਤੇ ਮਸ਼ਹੂਰੀਆਂ ਵੀ ਦੇਖੀਆਂ। ਉਹ ਕਹਿੰਦੇ ਕਿ ਬਿਨਾਂ ਆਇਲਸ ਤੋਂ ਜਾਓ ਤੇ ਪੜੋ ਕੈਨੇਡਾ। ਮਤਲਬ ਇਦਾਂ ਦੀਆਂ ਗੱਲਾਂ ਜਿਹੜੀਆਂ ਉਹ ਇਦਾਂ ਦੀਆਂ ਸਾਹਮਣੇ ਆ ਰਹੀਆਂ। ਅੱਛਾ, ਮਿਨੀਮਮ ਬੈਂਡ ਰਿਕੁਆਇਰਮੈਂਟ ਕੀ ਕਹਿੰਦੀ ਹੈਗੀ ਆ? ਮੈਮ ਓਵਰਆਲ 6। ਅਗਰ ਕਿਸੇ ਦਾ ਇੱਕ ਮੋਡਿਊਲ ਦੇ ਵਿੱਚ 5.5 ਰਹਿ ਜਾਂਦਾ ਦੈਨ ਉਹਦੇ ਲਈ ਵੀ ਕੁਝ ਆਪਸ਼ਨਸ ਅਵੇਲੇਬਲ ਹੈ। ਨਾਟ ਐਵਰੀ ਕਾਲਜ ਐਕਸੈਪਟਡ, ਬਟ ਕੁਝ ਆਪਸ਼ਨਸ ਅਵੇਲੇਬਲ ਹੈ। ਅਗਰ ਉਹਦੇ ਕੋਲ ਹੋ ਹੀ ਨਹੀਂ ਰਹੀ, 3 ਵਾਰ ਕਰ ਚੁੱਕਿਆ, 4 ਵਾਰੀ ਕਰ ਚੁੱਕਿਆ, ਬਟ ਉਹਦੇ ਕੋਲ ਹੋ ਹੀ ਨਹੀਂ ਰਹੀ, ਦੈਨ देयर इज अ फ्यू ਆਪਸ਼ਨਸ ਫॉर दैम। ਅੱਛਾ, ਠੀਕ ਹੈ। ਅੱਛਾ, ਫਿਰ ਦੂਜਾ ਸਵਾਲ ਮੇਰਾ ਇਹ ਹੈ ਕਿ ਮੈਂ ਆਪਣੀ ਉਮਰ ਤੇ ਨਹੀਂ ਦੱਸਾਂਗੀ ਕਿਸੇ ਨੂੰ ਵੀ ਔਨ ਕੈਮਰਾ, ਬਟ ਸਪੋਜ਼ ਆਈ ਐਮ ਟੱਚਿੰਗ 40। ਓਕੇ, ਠੀਕ ਹੈ। ਮੇਰਾ ਆਫ ਕੋਰਸ ਮੇਰੀ ਐਜੂਕੇਸ਼ਨ 'ਚ, ਮੇਰੀ ਪੜ੍ਹਾਈ 'ਚ ਗੈਪ ਪੈ ਗਿਆ ਬਹੁਤ, ਹੈ ਨਾ, ਬਹੁਤ ਗੈਪ ਪੈ ਗਿਆ। ਮੈਨੂੰ ਕਿੱਦਾਂ ਭੇਜੋਗੇ ਤੁਸੀਂ? ਮੈਮ ਦੇਖੋ, ਸਿੰਪਲ ਤਰੀਕਾ, SDS ਦੀ ਇੱਕ ਕੈਟਾਗਰੀ ਹੈ। ਜੇਕਰ ਤੁਸੀਂ ਕੈਨੇਡਾ ਦੇ ਵਿੱਚ ਸਟੱਡੀ ਕਰਨਾ ਚਾਹੁੰਦੇ ਹੋ, ਤੁਸੀਂ 1 ਸਾਲ ਦੀ ਫੀਸ ਡਿਪੋਜ਼ਿਟ ਕਰਨੀ ਹੈ। ਆਇਲਸ ਦੇ ਓਵਰਆਲ ਈਚ 6 ਬੈਂਡ ਹੋਣੇ ਚਾਹੀਦੇ ਨੇ। ਠੀਕ ਹੈ। 1 ਸਾਲ ਦਾ ਲਿਵਿੰਗ ਐਕਸਪੈਂਸ ਜਿਹੜਾ ਉਹ ਤੁਸੀਂ ਕੈਨੇਡਾ ਹਾਈ ਕਮਿਸ਼ਨ ਨੂੰ ਭੇਜਣਾ ਹੈ। ਓਕੇ, ਉਹ ਬੰਦਾ ਐਲੀਜੀਬਲ ਹੈ। ਇੱਥੇ ਕਿਤੇ ਵੀ ਏਜ ਕ੍ਰਾਈਟੇਰੀਆ ਇਜ਼ ਨਾਟ ਪੁਆਇੰਟਡ ਆਊਟ, ਕਿਉਂਕਿ ਪੜ੍ਹਨ ਦੀ ਕੋਈ ਉਮਰ ਨਹੀਂ ਹੁੰਦੀ। ਓਕੇ, ਇਫ ਯੂ ਆਰ ਕੈਪੇਬਲ ਟੂ ਡੂ ਯੋਰ ਸਟੱਡੀਜ਼ ਯੂ ਕੈਨ। ਹੁਣ ਅੱਜ ਆਪਾਂ ਬਹੁਤ ਸਾਰੀ ਐਗਜ਼ਾਮਪਲਸ ਲੈ ਕੇ ਚੱਲਦੇ ਹਾਂ। CA ਦਾ ਐਗਜ਼ਾਮ ਹੁੰਦਾ, ਡਾਕਟਰੇਟ ਲਾਈਨਸ ਚੱਲਦੀਆਂ। ਜੇ ਹੁਣ ਡਾਕਟਰ ਇਹ ਸੋਚਣ ਲੱਗ ਪੈਣ ਕਿ ਇਹਦੀ ਉਮਰ 50 ਹੋ ਗਈ, ਇਹਨੂੰ ਡਾਕਟਰ ਦੀ ਸੀਟ ਤੇ ਨਹੀਂ ਰੱਖਣਾ ਚਾਹੀਦਾ, ਤੇ ਮੈਮ ਹਸਪੀਟਲ ਆਰ ਨਾਟ ਵਰਕਿੰਗ। ਉਹਨਾਂ ਦੀ ਏਜ ਹੋ ਜਾਂਦੀ 42 43 ਪੜ੍ਹਦੇ। ਰਾਈਟ। ਤੇ ਤੁਹਾਡੇ ਕੋਲ ਵੈਸੇ ਇਸ ਤਰ੍ਹਾਂ ਦਾ ਕੋਈ ਕੇਸ ਆਇਆ ਕਿ ਵੱਡੀ ਉਮਰ ਦਾ ਆਇਆ ਹੋਵੇ ਐਂਡ ਹੀ অর ਸ਼ੀ ਵਾਂਟਸ ਟੂ ਗੋ ਆਊਟ? ਯਾ ਬਿਲਕੁਲ, ਰੀਸੈਂਟਲੀ ਤੁਹਾਨੂੰ ਉਹ ਵੀ ਟੈਸਟਮਨੀ ਅਸੀਂ ਸ਼ੇਅਰ ਕਰਾਂਗੇ। 32 ਏਜ ਹੈ ਸਟੂਡੈਂਟ ਦੀ। ਅੱਛਾ, ਬਿਲੋ 7 ਇਅਰਸ ਦਾ ਮਿਨੀਮਮ ਉਹਦਾ ਗੈਪ ਹੈ ਐਜੂਕੇਸ਼ਨ ਦੇ ਵਿੱਚ। ਤੋ ਸਟੱਡੀ ਇਨ ਟੱਚ ਵਿੱਚ 7-8 ਸਾਲ ਦਾ ਗੈਪ ਕਰਨ ਤੋਂ ਬਾਅਦ ਵੀ ਉਹਨੂੰ ਕੈਨੇਡਾ ਨੇ ਵੀਜ਼ਾ ਦਿੱਤਾ, ਕਿਉਂਕਿ ਉਹਨੇ 3 ਰਿਕੁਆਇਰਮੈਂਟਸ ਕੰਪਲੀਟ ਕੀਤੀਆਂ। ਈਚ 6 ਪਲੱਸ 1 ਸਾਲ ਦਾ GIC, 1 ਸਾਲ ਦੀ ਟਿਊਸ਼ਨ ਫੀਸ ਭੇਜੀ ਹੈ, ਉਹਦਾ ਵੀਜ਼ਾ ਆ ਚੁੱਕਿਆ ਹੈ। ਜੀ ਮੈਮ, ਇੱਕ ਜ਼ਰੂਰ ਜਾਣਨਾ ਚਾਹਾਂਗੇ ਬਿਕੋਜ਼ ਮੈਨੂੰ ਲੱਗਦਾ ਕਿ ਵਿਊਅਰਸ ਇਹ ਚੀਜ਼ ਬਹੁਤ ਜਾਣਨਾ ਚਾਹੁੰਦੇ ਜਦੋਂ ਫਲਾਈਟਸ ਬੰਦ ਹੋ ਗਈਆਂ, ਸਾਰਾ ਕੁਝ ਜਿਹੜਾ ਹੋਲਡ ਤੇ ਚਲਾ ਗਿਆ, ਤੇ ਹੁਣ ਕਿਸ ਤਰ੍ਹਾਂ ਚੇਂਜ ਹੈਗਾ? ਮਤਲਬ ਹੁਣ ਖੁੱਲ੍ਹ ਜਿਹੜੀ ਆ ਉਹ ਕਿੰਨੀ ਕੁ ਹੈਗੀ ਆ ਸਟੂਡੈਂਟਸ ਵਾਸਤੇ ਉੱਥੇ ਪਹੁੰਚਣ ਵਾਸਤੇ, ਕਿ ਅਜੇ ਵੀ ਕੁਛ ਨਾ ਕੁਛ ਉਹਨਾਂ ਨੇ ਰੈਸਟ੍ਰਿਕਸ਼ਨਸ ਲਾਈਆਂ ਹੋਈਆਂ ਹੈਗੀਆਂ? ਨਹੀਂ ਮੈਮ, ਰੈਸਟ੍ਰਿਕਸ਼ਨਸ ਹੁਣ ਖੁਦ ਵੀ ਕੁਛ ਵੀ ਨਹੀਂ ਹੈ। 7 ਸੈਪਟੈਂਬਰ ਤੋਂ ਬਾਰਡਰਸ ਓਪਨ ਕਰ ਦਿੱਤੇ ਗਏ ਕੈਨੇਡਾ ਵੱਲੋਂ। ਕੈਨੇਡਾ ਨੇ 7 ਸੈਪਟੈਂਬਰ ਤੋਂ ਅਨਾਉਂਸ ਕਰਤਾ ਹੈ ਕਿਸੇ ਵੀ ਕੈਟਾਗਰੀ ਸਟੂਡੈਂਟ ਹੋਵੇ, ਟੂਰਿਸਟ ਹੋਵੇ, ਤੁਸੀਂ ਬਾਰਡਰ ਕ੍ਰਾਸ ਕਰ ਸਕਦੇ ਹੋ, ਓਪਨ ਹੈ ਤੁਹਾਡੇ ਲਈ, ਤੁਸੀਂ ਆ ਸਕਦੇ ਹੋ। ਉਹਦੀ ਬਸ਼ਰਤੇ ਉਸ ਤੋਂ ਪਹਿਲਾਂ ਕੁਝ ਟੈਸਟ, ਕੁਝ ਫਾਰਮੈਲਿਟੀਜ਼ ਹੁੰਦੀਆਂ, ਕੁਝ 에ਅਰਪੋਰਟ ਕਲੀਅਰੈਂਸ ਹੁੰਦੀਆਂ ਨੇ, ਉਹ ਤੁਹਾਡਾ ਕੰਸਲਟੈਂਟ ਤੁਹਾਨੂੰ ਪਹਿਲਾਂ ਤੋਂ ਗਾਈਡ ਕਰਕੇ ਭੇਜੇ। ਓਕੇ, ਹਾਂ, ਪੂਰੀ ਬਰੀਫ ਦੇਣੀ ਹੈ ਸਟੂਡੈਂਟ ਨੂੰ, ਨਹੀਂ ਤਾਂ ਉਹਨੂੰ ਕਿਤੇ ਨਾ ਕਿਤੇ ਦਿੱਕਤ ਆ ਸਕਦੀ ਹੈ। ਬਟ ਜਾਣ ਲਈ ਕੋਈ ਵੀ ਮਨਾਹੀ ਨਹੀਂ ਹੈ। ਹੁਣ ਈਵਨ ਦੈਟ 27 ਸੈਪਟੈਂਬਰ ਦੀ ਅਪਡੇਟ ਅਗਰ ਆਪਾਂ ਦੇਖਾਂਗੇ, ਡਾਇਰੈਕਟ ਫਲਾਈਟ ਹੋ ਗਈਆਂ ਇੰਡੀਆ ਤੋਂ। ਪਹਿਲਾਂ ਬਾਇਆ ਜਾਂਦੀਆਂ ਸੀ, ਹੁਣ ਡਾਇਰੈਕਟ ਇੰਡੀਆ ਟੂ ਕੈਨੇਡਾ। ਓਕੇ। ਅੱਛਾ, ਕੋਵਿਡ ਟਾਈਮ 'ਚ ਜਿੱਥੇ ਹਰ ਇੱਕ ਕਿੱਤਾ ਜਿਹੜਾ ਹੈ, ਹਰ ਇੱਕ ਪ੍ਰੋਫੈਸ਼ਨ ਨੂੰ ਢਾਹ ਲੱਗੀ ਹੈਗੀ ਆ, ਬਹੁਤ ਸਾਰੇ ਡਿਕਲਾਈਨ ਹੋਇਆ ਹੈਗਾ, ਅਜਿਹੇ ਵਿੱਚ ਜਿਹੜੀਆਂ ਟਰੈਵਲ ਕੰਸਲਟੈਂਸੀਜ਼ ਹੈਗੀਆਂ ਜਾਂ ਜਿਵੇਂ ਅਬਰੋਡ ਭੇਜਣ ਵਾਲੇ ਲੋਕ ਹੈਗੇ ਆ, ਤੁਸੀਂ ਲੋਕ ਹੈਗੇ ਹੋ ਸਾਰੇ, ਇਹਨਾਂ ਵਾਸਤੇ ਵੀ ਕਿਤੇ ਨਾ ਕਿਤੇ ਜਿਹੜਾ ਹੈ ਉਹ ਡਿਕਲਾਈਨ ਰਹੀ ਹੈਗੀ ਆ। ਹੁਣ ਰਸ਼ ਹੈ ਬਹੁਤ। ਵੈਸੇ ਕਹਿੰਦੇ ਆ ਵੀ ਪੁੱਛੀਦਾ ਨਹੀਂ ਹੁੰਦਾ, ਪਰ ਫਿਰ ਵੀ
ਮੈਮ ਦੇਖੋ ਪਹਿਲਾ ਜਿਹੜਾ ਓਪੀਨੀਅਨ ਹੁੰਦਾ ਸੀਗਾ ਨਾ, ਅਗਰ ਆਪਾਂ 100 ਚੋਂ ਰੇਸ਼ੀਓ ਲੈ ਕੇ ਚੱਲੀਏ 50% ਹੁੰਦਾ ਸੀ ਕਿ ਯੈਸ ਵੀ ਵਾਂਟ ਟੂ ਗੋ ਅਬਰੋਡ। ਹੁਣ ਜਿਹੜਾ 40 ਦਾ ਵੀ ਹੈ, ਜਿਹੜਾ 50 ਦਾ ਵੀ, ਉਹ ਵੀ ਕਹਿੰਦਾ ਨਹੀਂ ਆਈ ਵਾਂਟ ਟੂ ਗੋ ਅਬਰੋਡ। ਉਹ ਇਸ ਲਈ ਨਹੀਂ ਜਾ ਰਿਹਾ ਪੈਸੇ ਹੈ, ਉਹ ਸਿਰਫ ਇਸ ਲਈ ਜਾ ਰਿਹਾ ਕਦਰ ਹੈ। ਰਾਈਟ, ਬਿਕਾਜ਼ देयर इज ਹਿਊਮਨ ਬੀਇੰਗ ਦੀ ਇੱਕ ਵੈਲਿਊ ਹੈ। ਤੁਸੀਂ ਮੇਰਾ ਇੰਟਰਵਿਊ ਲੈ ਰਹੇ ਹੋ, ਠੀਕ ਹੈ, ਸੇਮ ਐਜ਼ ਇਟ ਇਜ਼ਲੀ ਤੁਸੀਂ ਉੱਥੇ ਕੁਝ ਵੀ ਕਰ ਰਹੇ ਹੋ, ਯੂ ਆਰ ਲਿਵਿੰਗ ਇਨ ਦੈਟ ਕੰਟਰੀ ਵਿਲ ਗਿਵ ਯੂ ਦ ਫੈਸਿਲਿਟੀਜ਼। ਹੁਣ ਕੋਵਿਡ ਦੇ ਵਿੱਚ ਜਿਹੜੇ ਬੱਚੇ ਜਨਵਰੀ ਇਨਟੇਕ ਦੇ ਵਿੱਚ ਗਏ ਸੀਗੇ, ਮਾਰਚ 2020 ਲੋਕਡਾਊਨ ਹੋ ਗਿਆ ਸੀ 22 ਨੂੰ, ਉਹਨਾਂ ਦਾ ਪਾਰਟ ਟਾਈਮ ਵਰਕ ਤਾਂ ਹੋਇਆ ਹੀ ਨਹੀਂ, ਬੰਦ ਹੋ ਗਿਆ। ਬਟ ਉੱਥੇ ਦੀ ਗਵਰਨਮੈਂਟ ਨੇ ਕੀ ਕੀਤਾ, ਉਹਨਾਂ ਨੂੰ $2000 ਪੇ ਆਊਟ ਕੀਤਾ ਜਦੋਂ ਸਭ ਕੁਝ ਬੰਦ ਸੀ। ਆਪਾਂ ਇਧਰਲਾ ਐਸਟੀਮੇਸ਼ਨ ਲਗਾ ਕੇ ਚਲੀਏ 1 ਲੱਖ ਰੁਪਇਆ ਉਹਨਾਂ ਨੂੰ ਪੇਡ ਮਿਲਿਆ। ਅਗਰ ਉਧਰ ਕੋਈ ਬਿਜ਼ਨਸਮੈਨ ਹੈ, ਹੁਣ ਮੈਂ ਬਿਜ਼ਨਸਮੈਨ ਆ, ਹੋਰ ਪਰਸਨਸ ਅਸੀਂ ਬਿਜ਼ਨਸ ਕਰਦੇ ਆ, ਸਾਨੂੰ ਇਦਾਂ ਦੀਆਂ ਕੁਝ ਫੈਸਿਲਿਟੀਜ਼ ਜਿਹੜੀਆਂ ਨਹੀਂ ਮਿਲੀਆਂ। ਅੱਜ ਕੋਈ ਬਾਹਰ ਜਾਣਾ ਚਾਹੁੰਦਾ ਇਸ ਲਈ ਨਹੀਂ ਜਾਣਾ ਚਾਹੁੰਦਾ ਕਿ ਪੈਸੇ ਹੈ, ਉਹ ਇਸ ਲਈ ਜਾਣਾ ਚਾਹੁੰਦਾ ਹੈ ਬਿਕਾਜ਼ देयर इज अ ਕਰੀਅਰ, ਉਹ ਆਪਣੇ ਕਰੀਅਰ ਨੂੰ ਬਿਲਡ ਕਰਨਾ ਚਾਹੁੰਦੇ ਆ। ਓਕੇ, ਅੱਛਾ, ਇੱਕ ਹੋਰ ਸਵਾਲ ਹੈਗਾ ਕਿ ਮਤਲਬ ਬੜਾ ਇਹ ਥੋੜਾ ਪ੍ਰੋਫੈਸ਼ਨਲ ਵੀ ਹੈ, ਸੋਸ਼ਲ ਟਰਮਸ ਦੇ ਉੱਤੇ ਵੀ ਹੈ। ਸਪੋਜ਼ ਮੇਰਾ ਬੇਟਾ, ਮੈਂ ਉਹਨੂੰ ਭੇਜਣਾ ਅਬਰੋਡ, ਤੁਹਾਡੇ ਥਰੂ ਮੈਂ ਕੈਨੇਡਾ ਭੇਜਣਾ। ਹੁਣ ਉਹਦਾ ਕਰੀਅਰ ਜਿਹੜਾ ਹੈ, ਉਹਦਾ ਇੰਟਰਸਟ ਕਿਸੇ ਹੋਰ ਚੀਜ਼ 'ਚ, ਪਰ ਜਿਹੜਾ ਉਹਦਾ ਇੰਟਰਸਟ ਹੈ, ਉਹਦੀ ਜਿਹੜੀ ਵੈਲਿਊ ਹੈ, ਉਹ ਕੈਨੇਡਾ ਬਹੁਤ ਜ਼ਿਆਦਾ ਨਹੀਂ ਹੈ। ਸੋ ਤੁਸੀਂ ਕਾਉਂਸਲ ਵੀ ਕਰਦੇ ਹੋ ਕਿ ਬੱਚੇ ਨੂੰ ਕੀ ਕਰਾਓ, ਕਿਸ ਤਰ੍ਹਾਂ ਤੁਸੀਂ ਭੇਜ ਸਕਦੇ ਹੋ, ਕਿਹੜੇ ਸਬਜੈਕਟਸ ਉਹਦੇ ਵਾਸਤੇ ਵਧੀਆ ਰਹਿਣਗੇ, ਕਿਉਂਕਿ ਇਹ ਕਾਉਂਸਲਿੰਗ ਬੜੀ ਇੰਪੋਰਟੈਂਟ ਹੈਗੀ ਹੈ। ਕਿਉਂਕਿ ਬੱਚੇ ਦਾ ਜਿਹੜਾ ਕਰੀਅਰ ਹੈ, ਉਹ ਸਟਾਰਟ ਹੀ ਕਰੀਅਰ ਕਾਉਂਸਲਿੰਗ ਤੋਂ ਹੁੰਦਾ ਹੈ। ਜੇ ਇਹਨੂੰ ਆਪਾਂ ਪਾਥਵੇ ਨਹੀਂ ਸਹੀ ਦਵਾਂਗੇ, ਲੈਟਸ ਸਪੋਜ਼ ਹੁਣ ਆਪਾਂ ਐਜੂਕੇਸ਼ਨਸ ਕਰਦੇ ਆ, ਸਾਨੂੰ ਮੀਡੀਓਕਰ 10 ਤੋਂ ਬਾਅਦ ਇੱਕ +1 ਮਿਲਦੀ ਹੈ। ਰਾਈਟ, ਕਈ ਵਾਰ ਬੱਚੇ ਜ਼ਿੱਦ ਕਰਦੇ ਕਿ ਨਹੀਂ ਮੇਰੇ ਫਰੈਂਡ ਨੇ ਆ ਰੱਖਿਆ, ਮੈਂ ਵੀ ਰੱਖਣਾ ਹੈ। ਰਾਈਟ, ਮੈਂ ਉਹਨੇ ਨਾਨ ਮੈਡੀਕਲ ਕੀਤਾ, ਮੇਰੀ ਰੈਪੋ ਡਾਊਨ ਹੋ ਜਾਏਗੀ ਜੇ ਮੈਂ ਆਰਟਸ ਕਰ ਲੂੰਗਾ, ਤਾਂ ਮੈਂ ਨਾਨ ਮੈਡ ਦੇ ਵਿੱਚ ਹੀ ਜਾਣਾ। ਜਦੋਂ ਨਾਨ ਮੈਡ ਦੀ ਪ੍ਰੋਫਾਈਲ ਚੂਜ਼ ਕਰਦਾ, ਬਟ ਉਹਨੂੰ ਉਸ 1 ਈਅਰ ਦੇ ਵਿੱਚ ਇੰਨਾ ਐਨਾਲਾਈਜ਼ ਹੋ ਜਾਂਦਾ ਉਹ ਕੈਪੇਬਲ ਹੈ ਕਿ ਨਹੀਂ। ਤਾਂ ਹਮੇਸ਼ਾ ਬੰਦੇ ਨੂੰ ਕੰਮ ਉਹ ਕਰਨਾ ਚਾਹੀਦਾ ਜਿਹੜੇ 'ਚ ਉਹ ਕੈਪੇਬਿਲਿਟੀ ਹੋਵੇ। ਤਾਂ ਬੱਚੇ ਦਾ ਇੱਕ ਸਟੈਮਿਨਾ ਅਸੀਂ ਜ਼ਰੂਰ ਦੇਖੀਦਾ ਆ। ਜੇ ਉਹਦੇ ਪਰਸੈਂਟੇਜ ਇਹਦੇ ਵਿੱਚ ਨਹੀਂ ਆ ਰਹੇ, ਕੱਲ ਨੂੰ ਕਰੀਅਰ ਸੈਟਲਮੈਂਟ ਉੱਥੇ ਨਹੀਂ ਹੈ, ਉਹਦਾ ਕਰੀਅਰ ਪਾਥ ਅਸੀਂ ਜ਼ਰੂਰ ਉਹਨੂੰ ਲੈ ਕੇ ਦੇਈਦਾ। ਤੇ ਇੱਕ ਚੀਜ਼ ਹੋਰ ਕਿ ਹਰ ਕੇਸ ਵੈਸੇ ਡਿਫਰੈਂਟ ਹੁੰਦਾ ਹੈ, ਹਰ ਕਿਸੇ ਨੂੰ, ਹੈ ਨਾ, ਹਰ ਕੇਸ ਡਿਫਰੈਂਟ ਹੈ, ਹਰ ਕਿਸੇ ਨੂੰ ਵੱਖਰਾ ਵੱਖਰਾ ਟਾਈਮ ਲੱਗਦਾ ਹੈ। ਪਰ ਜੇ ਇੱਕ ਐਵਰੇਜ ਮੰਨ ਕੇ ਰੱਖੀਏ ਚੱਲੀਏ ਤਾਂ ਇੱਕ ਫਾਈਲ ਨੂੰ ਕਿੰਨਾ ਟਾਈਮ ਲਾ ਦਿੰਦੇ ਹੋ, ਮਤਲਬ ਬੱਚੇ ਨੂੰ ਉੱਥੋਂ ਤੱਕ ਭੇਜਣ 'ਚ ਕਿੰਨਾ ਟਾਈਮ ਲੱਗ ਜਾਂਦਾ? ਦੇਖੋ, ਜੇ ਕੋਵਿਡ ਦੇ ਦੌਰਾਨ ਦੀ ਗੱਲ ਕਰੀਏ ਤੇ ਸਾਲ ਵੀ ਲੱਗਾ ਕਈਆਂ ਨੂੰ। ਅੱਛਾ, ਤੇ ਅੱਜ ਦੀ ਗੱਲ ਕਰੀਏ ਤੇ? ਜੇ ਅੱਜ ਦੀ ਗੱਲ ਕਰੀਏ, ਹੁਣ ਵਿਦਿਨ 3 ਮੰਥਸ ਰਿਜ਼ਲਟ ਹੈ। ਅੱਛਾ, ਹਾਂ, 2 ਮੰਥ ਤਾਂ CIC ਲੈਂਦੀ ਹੈ, ਕਹਿ ਕੇ ਲੈਂਦੀ ਹੈ ਆਫਟਰ ਫਾਈਲ ਲਾਂਚਮੈਂਟ। ਬਾਇਓਮੈਟ੍ਰਿਕ ਤੋਂ ਬਾਅਦ ਤੁਹਾਡਾ ਰਿਜ਼ਲਟ ਮਹੀਨੇ ਦੇ ਅੰਦਰ ਅੰਦਰ ਆ ਰਿਹਾ ਹੁਣ। ਓਕੇ, ਹਾਂ। ਤੇ ਰਿਫਿਊਜ਼ਲ ਨਾਲ ਕਿੱਦਾਂ ਡੀਲ ਕਰਦੇ ਹੋ? ਮੈਮ, ਰਿਫਿਊਜ਼ਲ ਸਟੂਡੈਂਟ ਨੂੰ ਦੱਸ ਕੇ ਚੱਲੋ, ਬਿਕਾਜ਼ ਐਵਰੀ ਪਾਰਟ ਕੀ ਹੁੰਦਾ ਆ। ਹੁਣ ਮੇਨ ਰਿਫਿਊਜ਼ਲ ਆਂਦੀ ਕਿੱਥੋਂ ਆ? ਮੇਨ ਆਉਂਦੀ ਹੈ ਜਦੋਂ ਤੁਹਾਡੇ ਡਾਕੂਮੈਂਟ ਪ੍ਰੈਜ਼ੈਂਟ ਨਹੀਂ ਹੋਏ ਅੱਗੇ ਸਹੀ ਤਰੀਕੇ ਨਾਲ, ਤੁਹਾਡੀ SOP ਨਹੀਂ ਅੱਛੀ ਬਣੀ, ਤੁਹਾਡੀ ਕੋਰਸ ਸਿਲੈਕਸ਼ਨ ਨਹੀਂ ਅੱਛੀ ਹੋਈ, ਤੁਹਾਡਾ ਕਾਲਜ ਅੱਛਾ ਨਹੀਂ ਹੈ, ਲੋਕੇਸ਼ਨ ਤੁਸੀਂ ਕਿਹੜੀ ਚੂਜ਼ ਕਰ ਰਹੇ ਹੋ। ਹੁਣ ਆਪਾਂ ਦੇਖਿਆ ਅੱਜ ਦੇ ਦੌਰ ਦੇ ਵਿੱਚ ਜਿਹੜੀ ਇੱਕ ਭਾਜੜ ਲੱਗੀ, ਕੈਨੇਡਾ ਜਾਣਾ, ਟੋਰਾਂਟੋ ਮੇਰੇ ਰਿਸ਼ਤੇਦਾਰ ਹੈ, ਉੱਥੇ ਹੀ ਜਾਣਾ। ਇਹ ਚੀਜ਼ ਬਹੁਤ ਮੈਟਰ ਕਰਦੀ ਆ, ਕਿਉਂਕਿ ਹਾਈ ਕਮਿਸ਼ਨ ਸਾਰੇ ਏਰੀਆਜ਼ ਨੂੰ ਇੱਕ ਟਾਈਮ ਦੇ ਵਿੱਚ ਵੀਜ਼ਾ ਨਹੀਂ ਦੇ ਸਕਦੀ। ਉਹਨੇ ਸਭ ਦਾ ਇਨਕਮ ਸੋਰਸ ਨੂੰ ਧਿਆਨ ਦੇ ਵਿੱਚ ਰੱਖਣਾ ਹੈ। ਉਹ ਹਰ ਕਾਲਜ ਨੂੰ ਰਿਫਿਊਜ਼ਲ ਵੀ ਨਹੀਂ ਦੇ ਸਕਦੀ। ਤੋ ਵੀ ਹੈਵ ਟੂ ਨੋ ਅਬਾਊਟ ਦੈਟ, ਕਿੱਥੇ ਦਾ ਵੀਜ਼ਾ ਰੇਸ਼ੀਓ ਅੱਛਾ ਚੱਲ ਰਿਹਾ ਹੈ, ਕਿ ਉੱਥੇ ਬੱਚੇ ਦਾ ਕੋਰਸ ਸਿਲੈਕਸ਼ਨ ਅਵੇਲੇਬਲ ਹੈ, ਕਿ ਉਹਦੇ ਕਰੀਅਰ ਦੇ ਹਿਸਾਬ ਨਾਲ ਉਹਨੂੰ ਅੱਗੇ ਜਾ ਕੇ ਕੋਈ ਪ੍ਰੋਬਲਮ ਤਾਂ ਨਹੀਂ ਆਏਗੀ। ਆਪਾਂ ਉਸ ਹਿਸਾਬ ਨਾਲ ਕਾਉਂਸਲ ਕਰਨੀ ਹੈ ਕਿ ਉਹਨੂੰ ਇੱਕ ਵੀਜ਼ਾ ਵੀ ਮਿਲੇ ਜੇ ਉਹਦੀ ਪ੍ਰੋਫਾਈਲ ਐਲੀਜੀਬਲ ਹੈ, ਰਿਫਿਊਜ਼ਲ ਦਾ ਸਾਹਮਣਾ ਨਾ ਕਰਨਾ ਪਵੇ। ਤੁਸੀਂ ਇਹ ਗੱਲ ਮੰਨਦੇ ਹੋ ਕਿ ਰਿਫਿਊਜ਼ਲ ਲਈ ਕਿਤੇ ਨਾ ਕਿਤੇ ਏਜੰਟ ਵੀ ਜ਼ਿੰਮੇਵਾਰ ਹੁੰਦਾ? Definitely, ma'am, definitely, because the lack of knowledge, lack of the presentation, Canada will not take any kind of interview ਜਿੱਥੇ ਬੱਚਾ ਬੋਲ ਸਕੇ। ਸੱਚੋ ਸੱਚ ਦੱਸਣਾ, ਮੈਂ ਤੁਹਾਨੂੰ ਦਰਖਾਸਤ ਹੀ ਕਰ ਸਕਦੀ ਹਾਂ, ਸੱਚੋ ਸੱਚ ਦੱਸਣਾ, ਇਸ ਇੰਡਸਟਰੀ ਦੇ ਵਿੱਚ ਬੱਚਿਆਂ ਨਾਲ ਕਿੰਨਾ ਕੁ ਗਲਤ ਹੋ ਰਿਹਾ? 80% ਮੈਡਮ ਰੋਂਗ ਹੋ ਰਿਹਾ। 7 ਬੈਂਡ ਵਾਲੇ ਰਿਫਿਊਜ਼ਲਸ ਲੈ ਕੇ ਬੈਠੇ ਆ। ਲਾਸਟ ਔਨ ਸਾਡੇ ਕੋਲ ਕੇਸ ਆਇਆ, 4 ਕੇਸਿਸ ਹੈ, 7 ਬੈਂਡ ਹੈ ਬੱਚਿਆਂ ਦੇ, ਰਿਫਿਊਜ਼ਲਸ ਆ ਉਹਨਾਂ ਦੀਆਂ। ਜਦੋਂ ਆਪਾਂ ਸਾਰਾ ਕੁਝ ਚੈੱਕ ਆਊਟ ਕਰ ਰਹੇ ਹਾਂ, ਉਹਨਾਂ ਦੀ SOPs ਦੇ ਵਿੱਚ ਇੰਨੀਆਂ ਬਲੰਡਰ ਮਿਸਟੇਕਸ ਕੀਤੀਆਂ ਹੋਈਆਂ ਨੇ, IELTS ਸਕੋਰ ਨਹੀਂ ਮੈਂਸ਼ਨ ਕੀਤਾ, ਤੇ ਪੈਸੇ ਲੈ ਲੈਂਦੇ। ਡੈਫੀਨਿਟਲੀ ਦ ਲੈਕ ਆਫ ਨੌਲੇਜ ਨਾ, ਬਿਕਾਜ਼ ਇੱਕ ਹੁੰਦਾ ਕਾਪੀ ਪੇਸਟ ਨਹੀਂ ਕਰਨਾ। SOP ਗੂਗਲ ਤੋਂ ਵੀ ਮਿਲ ਜਾਂਦੀ ਹੈ, ਬਟ ਆਈ ਕਾਂਟ ਡੂ ਦੈਟ। ਉੱਥੇ ਕਾਪੀ ਪੇਸਟ ਕਰਨ ਨਾਲ ਤੁਹਾਡੀ ਪ੍ਰੋਫਾਈਲ ਨਹੀਂ ਐਨਾਲਾਈਜ਼ ਹੁੰਦੀ। ਪ੍ਰੈਕਟੀਕਲ ਕੀ ਹੈ? ਹੁਣ ਮੇਰਾ ਬਾਇਓਡਾਟਾ, ਮੈਂ ਜੋਤੀ ਵੀਰ ਦੀ ਹਾਂ, ਜਲੰਧਰ ਤੋਂ ਆ, ਮੇਰੀ ਏਜ ਇੰਨੀ ਹੈ, ਮੇਰੀ ਫੈਮਿਲੀ ਮੈਂਬਰਸ ਇਹ ਹੈ, ਇਹ ਮੇਰਾ ਬਾਇਓਡਾਟਾ ਹੈ। ਨੋਬਡੀ ਕੈਨ ਪੇਸਟ ਇਟ ਔਨ देयर ਬਿਹਾਫ। ਹਰ ਬੰਦਾ ਜੋਤੀ ਵੀਰ ਦੀ ਨਾਮ ਨਹੀਂ ਯੂਜ਼ ਕਰ ਸਕਦਾ। ਸੇਮ ਐਜ਼ ਇਟ ਇਜ਼ਲੀ ਮੈਂ ਹਰ ਕਿਸੇ ਦੀ SOP ਹਰ ਕਿਸੇ 'ਚ ਨਹੀਂ ਲਗਾ ਸਕਦੀ। ਵੀ ਹੈਵ ਟੂ ਮੈਨੇਜ ਇਟ ਬਾਈ ਦੀ ਪ੍ਰੈਕਟੀਕਲ। ਅਸੀਂ ਉਸ ਚੀਜ਼ ਨੂੰ
ਕਲਾਇੰਟ ਦੀ ਪ੍ਰੋਫਾਈਲ ਕੈਂਡੀਡੇਟ ਦੇ ਅਕੋਰਡਿੰਗਲੀ ਮੇਨਟੇਨ ਕਰਨੀ ਹੈ, ਫਿਰ ਭੇਜਣਾ ਤਾਂ ਵੀਜ਼ਾ ਆਉਂਦਾ। ਜੇ ਸਾਡਾ 7 ਸਾਲ ਦੇ ਗੈਪ ਤੋਂ ਵੀਜ਼ਾ ਆ ਰਿਹਾ, ਰੀਸੈਂਟ ਪ੍ਰੋਫਾਈਲਾਂ ਦਾ ਰਿਜੈਕਸ਼ਨ ਆ ਰਿਹਾ, ਤਾਂ ਦੇयर ਇਜ਼ ਅ ਡਿਫਰੈਂਸ ਆਫ ਦੀ ਪ੍ਰੈਜੈਂਟੇਸ਼ਨ। ਸੋ ਮੈਨੂੰ ਲੱਗਦਾ ਹੈ ਕਿ ਜਿਵੇਂ ਜਿਹੜੀ ਗੱਲ ਕਹੋ ਉਹ ਕਰਕੇ ਵੀ ਦਿਖਾਣੀ ਚਾਹੀਦੀ ਹੈ, ਜੋ ਕਿ ਜੋਤੀ ਵਿਰਦੀ ਕਰਕੇ ਦਿਖਾ ਰਹੇ ਹੈਗੇ ਆ। ਸੋ ਅਜਿਹੇ ਵਿੱਚ ਅਸੀਂ ਤੁਹਾਨੂੰ ਕਿਉਂ ਨਾ ਕਿਸੇ ਅਜਿਹੇ ਸ਼ਖਸ ਨਾਲ ਮਿਲਾਈਏ ਜੋ ਕਿ ਆਪਣਾ ਰਿਜ਼ਲਟ ਆਪ ਦੱਸੇ, ਜਿਸ 'ਚ ਜੋਤੀ ਵੀ ਨਾ ਹੋਣ, ਜਿਸ 'ਚ ਮੈਂ ਵੀ ਨਾ ਹੋਵਾਂ, ਜਿਸ 'ਚੋਂ ਆਪ ਦੱਸੇ ਕਿ ਉਹਦਾ ਐਕਸਪੀਰੀਅੰਸ ਜਿਹੜਾ ਹੈ ਉਹ ਕਿੱਦਾਂ ਦਾ ਰਿਹਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕੁਲਵਿੰਦਰਜੀਤ ਸਿੰਘ ਹੈ। ਮੈਨੂੰ ਕੈਨੇਡਾ ਦਾ ਵੀਜ਼ਾ ਮਿਲਿਆ ਹੈ, ਜੋ ਕਿ ਮੈਂ ਪੈਰਾਮਾਊਂਟ ਈ ਸਰਵਿਸਿਜ਼ ਤੋਂ ਲਵਾਇਆ ਸੀਗਾ ਜੀ। ਇਹ ਵੀਜ਼ਾ ਮੈਨੂੰ 7 ਸਾਲ ਦੇ ਗੈਪ ਤੋਂ ਬਾਅਦ ਮਿਲਿਆ ਹੈ। ਪੈਰਾਮਾਊਂਟ ਈ ਸਰਵਿਸਿਜ਼ ਦੀ ਸਰਵਿਸ ਬਹੁਤ ਅਫੋਰਡੇਬਲ ਹੈ ਤੇ ਤੁਸੀਂ ਇੱਕ ਵਾਰ ਜ਼ਰੂਰ ਇਹਨਾਂ ਨੂੰ ਕੰਟੈਕਟ ਕਰੋ। ਸੋ ਮੈਨੂੰ ਲੱਗਦਾ ਜੋਤੀ ਕਿੰਨਾ ਵਧੀਆ ਲੱਗਦਾ ਨਾ ਜਦੋਂ ਬੱਚੇ ਖੁਸ਼ ਹੋ ਜਾਂਦੇ ਆ, ਐਂਡ ਤੁਹਾਨੂੰ ਵੀ ਆਪਣੇ ਅੰਦਰ ਬੜਾ ਫੀਲ ਗੁੱਡ ਫੈਕਟਰ ਆਉਂਦਾ ਹੋਣਾ ਕਿ ਬਈ ਸਾਡਾ ਕੇਸ ਜਿਹੜਾ ਹੈ ਬਿਲਕੁਲ ਸਕਸੈਸਫੁਲ ਰਿਹਾ। ਬਿਲਕੁਲ ਮੈਮ, ਇੱਕ ਗੁੱਡ ਫੀਲ ਵੀ ਐਂਡ ਸੈਕਿੰਡ ਔਨ ਇੱਕ ਨਵੀਂ ਅਚੀਵਮੈਂਟ ਹੋ ਜਾਂਦੀ ਹੈ ਸਾਡੀ, ਨਿਊ ਅਚੀਵਮੈਂਟ, ਪ੍ਰੈਕਟੀਕਲ ਕਿ ਕੁਝ ਸੀਗਾ ਇਸ ਪ੍ਰੋਫਾਈਲ ਤੇ ਜਿਹਦੇ ਕਰਕੇ 1% ਚਾਂਸਸ ਸੀ ਵੀਜ਼ਾ ਨਾ ਆਉਂਦਾ, ਬਟ ਅਸੀਂ ਵੀਜ਼ਾ ਲੈ ਲਿਆ ਉਸ ਚੀਜ਼ ਨੂੰ ਬੀਟ ਕਰਕੇ। ਤਾਂ ਦਿਸ ਇਜ਼ ਅ ਡਿਫਰੈਂਟ ਕਾਈਂਡ ਆਫ ਫੀਲਿੰਗ। ਇੱਕ ਚੀਜ਼ ਨਾ ਮੈਨੂੰ ਦੱਸ ਰਿਹਾ ਸੀ ਕੋਈ, ਕਹਿੰਦੇ ਇਹ ਨਾ ਵਿਦਆਊਟ GIC ਫਿਲਿੰਗ ਕਰੀ ਜਾ ਰਹੇ ਹੈਗੇ ਆ, ਮਤਲਬ ਕੁਝ ਘਪਲਾ ਜਿਹੜਾ ਹੈ ਉਹ ਕਿਸੇ ਦਿਨ ਵੱਡੇ ਨਿਕਲ ਕੇ ਮੈਨੂੰ ਲੱਗਦਾ ਸਾਹਮਣੇ ਆਉਣਾ ਹੈਗਾ, ਕਿਉਂਕਿ ਡੈਫੀਨੇਟਲੀ ਆਏਗਾ। ਕਿਉਂਕਿ ਜਦੋਂ ਅਸੀਂ ਕੈਨੇਡਾ ਹਾਈ ਕਮਿਸ਼ਨ ਨਾਲ ਪੰਗਾ ਲੈਂਦੇ ਆ, ਠੀਕ ਹੈ, ਉਹਦੇ ਰੂਲਸ ਤੋਂ ਅਲੱਗ ਜਾਂਦੇ ਆ, ਡੈਫੀਨੇਟਲੀ ਉਹ ਥੋੜੇ ਟਾਈਮ ਲਈ ਚੀਜ਼ ਹੁੰਦੀ ਹੈ ਔਰ ਉਸ ਤੋਂ ਬਾਅਦ ਉਹ ਬੰਦ ਹੋ ਜਾਂਦੀ। ਕਿਉਂਕਿ ਜੇ ਕੋਈ ਚੇਂਜਿੰਗ ਆ ਰਿਹਾ ਹੈ ਸਟੂਡੈਂਟ ਵੀਜ਼ਾ ਦੇ ਵਿੱਚ, ਸਭ ਤੋਂ ਪਹਿਲਾਂ ਤੁਹਾਨੂੰ ਸਾਈਟ ਦੱਸੇਗੀ ਕਿ ਮੈਂ ਆ ਚੀਜ਼ ਕੀਤੀ ਹੈ, ਉਹ ਗਵਰਨਮੈਂਟ ਦੱਸੇਗੀ ਮੈਂ ਚੀਜ਼ ਕੀਤੀ ਹੈ, ਠੀਕ ਹੈ। ਗਵਰਨਮੈਂਟ ਵੱਲੋਂ ਕੁਝ ਏਦਾਂ ਦਾ ਅਨਾਉਂਸ ਨਹੀਂ ਹੈ ਬਿਨਾਂ GIC ਤੋਂ ਕੈਨੇਡਾ ਜਾਓ। ਕੰਸਲਟੈਂਟ ਅਨਾਉਂਸਮੈਂਟ ਕਰ ਰਿਹਾ ਬਿਨਾਂ GIC ਤੋਂ ਕੈਨੇਡਾ ਜਾਓ। GIC is a compulsory funds requirement for the 1 year living expense. ਕੈਨੇਡਾ ਫੰਡਸ ਨਹੀਂ ਮੰਗਦਾ, ਐਨੇ 올ਡ ਦਿਓ, ਕਿੱਥੋਂ ਆਏ ਨੇ। ਕੈਨੇਡਾ GIC ਮੰਗਦਾ ਕਿ ਨਾਲ ਲੈ ਕੇ ਜਾਓ। ਜਿਵੇਂ ਪਿੱਛੇ ਕੋਵਿਡ ਆਇਆ, ਸਰਕਾਰ ਨੂੰ ਹੈਲਪ ਕਰਨੀ ਪਈ ਕਾਫੀ, ਇਨ ਕੇਸ ਇਨ ਫਿਊਚਰ ਜਾ ਕੇ ਨਹੀਂ ਇੰਨੀ ਫੰਡਿੰਗ ਹੁੰਦੀ, ਨਹੀਂ ਕੋਈ ਹੈਲਪ ਮਿਲਦੀ, ਬੱਚਾ ਐਟਲੀਸਟ ਕਿਸੇ ਤੇ ਡਿਪੈਂਡੈਂਟ ਨਾ ਰਵੇ। GIC ਕੰਪਲਸਰੀ ਹੈ 10,200 ਦਾ, ਇਹ ਜਾਣਾ ਹੀ ਜਾਣਾ। ਇਹ ਹੁਣ ਤੋਂ ਨਹੀਂ ਜਾ ਰਿਹਾ, ਇਹ ਆਈ ਥਿੰਕ ਆਈ ਵਾਸ ਨਾਟ ਬੋਰਨ ਉਦੋਂ ਤੋਂ ਜਾ ਰਿਹਾ। ਇਹ ਤੇ ਪੈਸੇ ਦੇ ਬੱਚੇ ਦਾ ਹੀ ਹੈ। ਹਾਂ, ਉਹ ਸੇਫ ਹੈ, ਉਹਨੂੰ ਕੋਈ ਡਰਨ ਦੀ ਵੀ ਲੋੜ ਨਹੀਂ ਹੈ, ਟੋਟਲੀ ਰਿਫੰਡੇਬਲ ਹੁੰਦਾ। ਜਦੋਂ ਬੱਚਾ ਉੱਥੇ ਪਹੁੰਚ ਜਾਂਦਾ ਉਹਨੂੰ ਮੰਥਲੀ 600 to 800 ਅਕੋਰਡਿੰਗ ਟੂ ਦੀ ਲੋਕੇਸ਼ਨ ਉਹਨੂੰ ਸਾਰਾ ਪੈਸਾ ਰਿਫੰਡ ਮਿਲ ਜਾਣਾ। ਨਾ ਕਿਸੇ ਕੰਸਲਟੈਂਟ ਨੂੰ ਰਿਫੰਡ ਹੋਣਾ, ਨਾ ਕਿਸੇ ਬੈਂਕ ਦੇ ਵਿੱਚ ਰਹਿਣਾ, ਇਹ ਬੱਚੇ ਦਾ ਪੈਸਾ ਬੱਚੇ ਨੂੰ ਮਿਲੇਗਾ। ਅੱਛਾ, ਹੁਣ ਮੈਂ ਜਾਂਦੇ ਜਾਂਦੇ ਇੱਕ ਸਵਾਲ ਜ਼ਰੂਰ ਕਰਾਂਗੀ, ਮੈਨੂੰ ਲੱਗਦਾ ਸਭ ਦਾ ਸਵਾਲ ਹੈ ਇਹ। ਹਰ ਫਾਈਲ ਡਿਫਰੈਂਟ, ਹਰ ਬੱਚਾ ਡਿਫਰੈਂਟ, ਹਰ ਕਾਲਜ ਡਿਫਰੈਂਟ, ਹਰ ਫੀਸ ਡਿਫਰੈਂਟ ਹੈ ਨਾ। ਇੱਕ ਨਾਰਮਲ ਪਰਿਵਾਰ ਵਾਸਤੇ ਲੱਖਾਂ 'ਚ ਖਰਚਣਾ ਔਖਾ ਹੁੰਦਾ ਹੈ ਕਿ ਕੁਝ ਇਨਸਟਾਲਮੈਂਟਸ ਹੋ ਸਕਦੀਆਂ ਜਾਂ ਕੁਝ ਇਸ ਤਰ੍ਹਾਂ ਦਾ ਸਿਸਟਮ, ਕਿਉਂਕਿ ਵੈਸੇ ਸਮੈਸਟਰ ਵਾਈਜ਼ ਫੀਸ ਹੁੰਦੀ ਹੈ ਜਾਂ ਤੁਸੀਂ ਕਰਕੇ ਦਿੰਦੇ ਹੋ, ਕੁਝ ਇਸ ਤਰ੍ਹਾਂ ਦਾ ਹੋ ਸਕਦਾ ਹੈ ਕਿ ਜਿਹੜਾ ਬਹੁਤ ਜਿਹਨੂੰ ਕਹਿੰਦੇ ਆ ਨਾ ਕਿ ਪੈਸਿਆਂ ਵਾਲੇ ਅਮੀਰ ਰਈਸ ਪਰਿਵਾਰ ਨਾਲ ਤਾਲੁਕ ਨਹੀਂ ਵੀ ਰੱਖਦਾ, ਉਹ ਵੀ ਆਪਣਾ ਸੁਪਨਾ ਪੂਰਾ ਕਰ ਸਕਦਾ। ਡੈਫੀਨੇਟਲੀ ਪੈਰਾਮਾਊਂਟ ਈ ਸਰਵਿਸਿਜ਼ ਕੋ ਜਿਹੇ ਕਾਲਜ ਵੀ ਆ ਜਿਨ੍ਹਾਂ ਦੀ ਜਿਹੜੀ ਇੱਕ ਟਿਊਸ਼ਨ ਫੀਸ ਹੈ ਸਾਲ ਦੀ, ਈਅਰਲੀ, ਉਹ 3 ਲੱਖ ਵੀ ਹੈਗੀ ਹੈ। ਓਕੇ, ਸਾਲ ਦੀ ਫੀਸ ਓਕੇ 3 ਲੱਖ ਵੀ ਹੈਗੀ ਹੈ। ਆਪਾਂ ਅਪਰੋਕਸ ਲਗਾ ਕੇ ਚਲੀਏ 5,000 ਪਰ ਇਹ ਨਹੀਂ ਕਿ ਕਾਲਜ ਬਿਲਕੁਲ ਇਦਾਂ ਹੀ ਹੋਊਗਾ, ਬਿਲਕੁਲ ਨੋ ਮੈਮ, ਨੋ, ਕਿਉਂਕਿ ਜੇ ਕਾਲਜ ਇਦਾਂ ਦਾ ਹੋਏਗਾ ਐਮਬੈਸੀ ਵੀਜ਼ਾ ਵੀ ਨਹੀਂ ਦੇਗੀ। ਓਕੇ ਓਕੇ ਓਕੇ, ਤਾਂ ਦਿਸ ਇਜ਼ ਮੈਟਰਸ। ਓਕੇ, ਹਾਂ। ਸੋ ਥੈਂਕ ਯੂ ਸਾਨੂੰ ਇੰਨਾ ਕੁਝ ਦੱਸਣ ਦੇ ਲਈ, ਬਿਕਾਜ਼ ਇਸ ਚੀਜ਼ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਬਾਹਰ ਭੇਜਣ ਦੇ ਨਾਂ ਤੇ ਜਿਹੜੀ ਠੱਗੀ ਆ ਉਹ ਸਭ ਤੋਂ ਜ਼ਿਆਦਾ ਹੋ ਰਹੀ ਹੈ। ਤੇ ਮੁਬਾਰਕਬਾਦ ਤੁਹਾਨੂੰ, ਬਿਕਾਜ਼ ਤੁਸੀਂ ਓਨੈਸਟੀ ਨਾਲ ਕੰਮ ਕਰ ਰਹੇ ਹੋ। ਤੇ ਅੱਜ ਕੱਲ ਜੇ ਤੁਸੀਂ ਕਿਸੇ ਦਾ ਦਿਲ ਜਿੱਤ ਸਕਦੇ ਹੋ, ਕਿਸੇ ਦਾ ਸੁਪਨਾ ਪੂਰਾ ਕਰ ਸਕਦੇ ਹੋ, ਤੇ ਇਹੀ ਇੱਕ ਤਰੀਕਾ ਹੈ ਇਮਾਨਦਾਰੀ। Honesty is the best policy ever. Thank you Jyoti, thank you Sadnur। ਕਿਉਂ ਆਪਾਂ ਜੋਤੀ ਵਿਰਦੀ ਤੇ, ਕਿਉਂ ਆਪਾਂ ਪੈਰਾਮਾਊਂਟ ਈ ਸਰਵਿਸਿਜ਼ ਤੇ ਵਿਸ਼ਵਾਸ ਕਰੀਏ? ਮਤਲਬ ਇਹ ਮੈਨੂੰ ਲੱਗਦਾ ਹੈ ਕਿ ਇਹ ਮੈਂ ਨਹੀਂ ਪੁੱਛ ਰਹੀ, ਇਹ ਹਰ ਕੋਈ ਉਹ ਪੁੱਛ ਰਿਹਾ, ਹਰ ਕੋਈ ਬੱਚਾ ਪੁੱਛ ਰਿਹਾ, ਹਰ ਕੋਈ ਮਾਪੇ ਪੁੱਛ ਰਹੇ ਨੇ ਜਿਹੜੇ ਕੈਨੇਡਾ ਜਾਣਾ ਚਾਹੁੰਦੇ। ਆਨਲਾਈਨ ਜੇ ਆਪਾਂ ਇਹ ਵੀ ਚੀਜ਼ ਚੈੱਕ ਕਰਨੀ ਹੋਵੇ ਕਿਹੜਾ ਜੈਨੂਇਨ ਹੈ ਕਿਹੜਾ ਫਰਾਡ ਹੈ, ਮੇਰੇ ਨਾਮ ਦੇ ਅੱਗੇ ਕਦੀ ਫਰਾਡ ਲਿਖ ਕੇ ਦੇਖਿਓ, ਤੁਹਾਨੂੰ ਇੱਕ ਵੀ ਰਿਕਾਰਡ ਨਹੀਂ ਮਿਲੇਗਾ ਇਨ ਦੀ ਗੂਗਲ, ਦੈਟ ਆਈ ਐਮ ਵੈਰੀ ਸ਼ੋਰ ਅਬਾਊਟ ਦੈਟ। ਸੱਚੋ ਸੱਚ ਦੱਸਣਾ, ਇਸ ਇੰਡਸਟਰੀ ਦੇ ਵਿੱਚ ਬੱਚਿਆਂ ਨਾਲ ਕਿੰਨਾ ਕੁ ਗਲਤ ਹੋ ਰਿਹਾ? 80% ਮੈਡਮ ਰੋਂਗ ਹੋ ਰਿਹਾ। 7 ਬੈਂਡ ਵਾਲੇ ਰਿਫਿਊਜ਼ਲਸ ਲੈ ਕੇ ਬੈਠੇ ਆ। ਲਾਸਟ ਔਨ ਸਾਡੇ ਕੋਲ ਕੇਸ ਆਇਆ। ਬਹੁਤ ਸਾਰੇ ਲੋਕ ਇਦਾਂ ਦੇ ਹੁੰਦੇ ਆ ਕਿ ਪਹਿਲਾਂ ਫੀਸ ਤੇ ਲੈ ਲਈ, ਬਾਅਦ ਚ ਫੋਨ ਚੱਕਣੇ ਬੰਦ ਕਰਦੇ।
ਬਿਲਕੁਲ ਆਈ ਐਗਰੀ ਵਿਦ ਯੂ ਬਿਕਾਜ਼ 90% ਸਾਡੇ ਕੋ ਵੀ ਇਹੀ ਪ੍ਰੋਬਲਮਸ ਆਉਂਦੀਆਂ ਨੇ ਸਾਹਮਣੇ ਜਦੋਂ ਕਲਾਇੰਟ ਆਉਂਦਾ ਜ਼ਰੂਰੀ ਨਹੀਂ ਉਹ ਕਲਾਇੰਟ ਨੇ ਪਹਿਲੀ ਵਾਰੀ ਹੀ ਅਪਲਾਈ ਕਰਨਾ ਪਹਿਲੇ ਤੋਂ ਰਿਫਿਊਜ਼ ਹੁੰਦਾ 3-4 ਵਾਰੀ ਉਹਨੂੰ ਬਹੁਤ ਜ਼ਿਆਦਾ ਹਰਾਸਮੈਂਟ ਹੋਈ ਹੁੰਦੀ ਉਹ ਮੇਰੇ ਸਾਹਮਣੇ ਬੈਠ ਕੇ ਕਹਿੰਦਾ ਨਹੀਂ ਮੈਂ ਤਾਂ